ਇਸ਼ੂ ਨੂੰ ਰਾਜਨੀਤਿਕ ਇਸ਼ੂ ਨਹੀਂ ਬਣਾਉਣਾ ਚਾਹੁੰਦੇ ਕੱਲ੍ਹ ਨੂੰ, ਤਾਂ ਜੋ ਕੇਂਦਰ ਗੌਰਮੈਂਟ ਇਹ ਕਹੇ ਵੀ ਇਹਦੇ ਪਿੱਛੇ ਰਾਜਸੀ ਲੋਕ ਨੇ, ਰਾਜਸੀ ਲੋਕ ਇਹਨੂੰ ਉਕਸਾ ਰਹੇ ਨੇ, ਜਿਸ ਤਰ੍ਹਾਂ ਵਾਰ-ਵਾਰ ਕਹਿ ਵੀ ਰਹੇ ਨੇ। ਪਰ ਜਿਹੜੇ ਉਹਨਾਂ ਦੇ ਨਾਲ ਸਮਰਥਕ ਦੇ ਤੌਰ ਤੇ ਗਏ ਹੋਏ ਨੇ, ਜਿਹੜੀਆਂ ਜਥੇਬੰਦੀਆਂ ਨੇ 30 ਜਾਂ 500 ਕੁਛ ਹਿੰਦੁਸਤਾਨ ਦੀਆਂ, ਉਹਨਾਂ ਦੇ ਬੈਕ ਤੇ ਜਿਹੜੇ ਲੋਕ ਬੈਠੇ ਨੇ ਉਹ ਸਾਰੇ ਰਾਜਸੀ ਪਾਰਟੀਆਂ ਦੇ ਹੀ ਨੁਮਾਇੰਦੇ ਨੇ। ਕੋਈ ਉਹਨਾਂ ਕਿਸੇ ਨੂੰ ਵੋਟ ਪਾਉਂਦਾ, ਕੋਈ ਕਿਸੇ ਪਾਰਟੀ ਨੂੰ ਵੋਟ ਪਾਉਂਦਾ। ਬਿਲਕੁਲ ਜੋ ਪੰਜਾਬ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੇ ਵੀ ਇਹ ਬਿਆਨ ਦਿੱਤਾ ਸੀਗਾ ਕਿ ਅਸੀਂ ਜਿਹੜੀ ਮੁੱਖ ਜਿਹੜੀ ਲੀਡਰਸ਼ਿਪ ਹੈਗੀ ਹੈ ਉਹ ਅਸੀਂ ਪਿੱਛੇ ਰਹਿ ਕੇ ਹੀ ਕੰਮ ਕਰਾਂਗੇ, ਲੇਕਿਨ ਸਮਰਥਨ ਅਸੀਂ ਪੂਰਾ ਦੇਵਾਂਗੇ। ਪਰ ਬਾਵਜੂਦ ਇਸ ਦੇ ਜਿਹੜੀਆਂ ਸਟੇਜਾਂ ਲੱਗਦੀਆਂ ਨੇ ਜਾਂ ਜਿੱਥੇ ਕੋਈ ਵੀ ਗੱਲਬਾਤ ਹੁੰਦੀ ਹੈਗੀ ਹੈ, ਉੱਥੇ ਅਕਾਲੀ ਦਲ ਨੂੰ ਪਰੇ ਕਿਉਂ ਕੀਤਾ ਜਾਂਦਾ? ਸਟਾਰਟਿੰਗ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਵੀ ਇਹ ਬਿੱਲ ਨੂੰ ਜੋ ਕਿਸਾਨਾਂ ਦੇ ਸ਼ੰਕੇ ਨੇ ਉਹ ਦੂਰ ਕਰਾ ਕੇ, ਜੇ ਕਿਤੇ ਇਹਦਾ ਕੋਈ ਫਾਇਦਾ ਹੁੰਦਾ ਹੋਵੇ ਕਿਸਾਨਾਂ ਨੂੰ ਫਾਇਦਾ ਕਰਾਇਆ ਜਾ ਸਕੇ। ਗਵਰਨਮੈਂਟ ਦੀ ਤੁਸੀਂ ਗੱਲ ਕੀਤੀ ਹੈਗੀ ਹੈ, ਬੀਜੇਪੀ ਦੀ ਗੱਲ ਕੀਤੀ ਹੈ। ਬੀਜੇਪੀ ਨੇ ਇੱਕ ਬੁੱਕਲੇਟ ਜਾਰੀ ਕੀਤੀ ਹੈਗੀ ਹੈ ਜਿਹਦੇ ਵਿੱਚ ਉਹਨਾਂ ਨੇ ਉਪਲਬਧੀਆਂ ਗਿਣਾਈਆਂ ਨੇ ਕਿ ਅਸੀਂ ਸਿੱਖਾਂ ਦੇ ਲਈ, ਪੰਜਾਬ ਦੇ ਲਈ ਬਹੁਤ ਕੁਝ ਕੀਤਾ ਹੈਗਾ, ਚਾਹੇ ਉਹ ਲਾਂਘੇ ਨੂੰ ਲੈ ਕੇ ਹੋਵੇ, ਲਾਂਘਾ ਖੁਲਵਾਉਣ ਦਾ ਕੰਮ ਹੋਵੇ, ਜਾਂ ਕਿਸੇ ਹਸਪੀਟਲ ਦਾ ਨਾਮ ਰਵਿਦਾਸ ਜੀ ਦੇ ਸ਼ਾਇਦ ਉਹਨਾਂ ਦੇ ਨਾਮ ਤੇ ਰੱਖਿਆ ਹੈਗਾ, ਜਾਂ ਸਿੱਖਾਂ ਦੇ ਲਈ ਜੋ ਕੰਮ ਕੀਤੇ ਗਏ ਨੇ ਇੱਕ ਤਰ੍ਹਾਂ ਦੇ ਅਹਿਸਾਨ ਜਤਾਉਣ ਦੀ ਤਰ੍ਹਾਂ ਉਹਨਾਂ ਨੇ ਇਹ ਬੁੱਕਲੇਟ ਦੇ ਵਿੱਚ ਦੱਸਿਆ ਹੈਗਾ। ਗੁਜਰਾਤੀਆਂ ਦੀ ਕੋਈ ਇੱਕ ਪੈਸੇ ਦੀ ਵੀ ਦੇਸ਼ ਦੀ ਆਜ਼ਾਦੀ 'ਚ ਕੁਰਬਾਨੀ ਨਹੀਂ, ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਵਿੱਚ ਕੁਰਬਾਨੀ ਨਹੀਂ, ਤੇ ਉਹ ਅੱਜ ਹਿੰਦੁਸਤਾਨ ਦੇ ਲੋਕਾਂ ਨੂੰ ਦੇਸ਼ ਭਗਤੀ ਦਾ ਸਬਕ ਸਿਖਾ ਰਹੇ ਨੇ। ਤੇ ਜੇ ਕੋਈ ਬੰਦਾ ਗੱਲ ਕਰਦਾ ਦੇਸ਼ ਨੂੰ ਬਚਾਉਣ ਦੀ, ਤੇ ਉਹਨੂੰ ਕਹਿੰਦੇ ਪਾਕਿਸਤਾਨੀ ਆ। ਵੀ ਜਦੋਂ ਦੇਸ਼ ਆਜ਼ਾਦੀ ਦੀ ਲੜਾਈ ਲੜਦੇ ਸੀ ਕਿੱਥੇ ਸੀ ਤੁਸੀਂ ਉਦੋਂ? ਜਦੋਂ ਦੇਸ਼ 'ਚ ਐਮਰਜੈਂਸੀ ਲੱਗੀ ਸੀ ਤੁਸੀਂ ਕਿੱਥੇ ਸੀ ਉਦੋਂ? ਜਦੋਂ ਦੇਸ਼ ਦੇ ਸਰਹੱਦਾਂ ਦੇ ਉੱਤੇ ਕੁਰਬਾਨੀ ਕਰਨ ਦੀ ਲੋੜ ਪੈਂਦੀ ਹੈ ਅੱਜ ਵੀ, ਤੇ ਕਿੱਥੇ ਹੋ ਤੁਸੀਂ ਉਦੋਂ? ਤੁਹਾਡੀ ਕੀ ਦੇਣ ਆ ਇਸ ਕੰਟਰੀ ਨੂੰ? ਤੇ ਜਿਹੜਾ ਬੰਦਾ ਦੇਸ਼ ਦੀ ਗੱਲ ਕਰਦਾ, ਦੇਸ਼ ਦੇ ਅਸੂਲਾਂ ਦੀ ਗੱਲ ਕਰਦਾ, ਜਿਹੜਾ ਦੇਸ਼ ਦੇ ਵਿੱਚ ਆਪਣੇ ਹੱਕ ਦੀ ਗੱਲ ਕਰਦਾ, ਉਹਨੂੰ ਤੁਸੀਂ ਟੁਕੜੇ ਟੁਕੜੇ ਕਹਿ ਦਿੰਦੇ ਹੋ, ਕਿਸੇ ਨੂੰ ਤੁਸੀਂ ਪਾਕਿਸਤਾਨੀ ਕਹਿ ਦਿੰਦੇ ਹੋ, ਕਿਸੇ ਨੂੰ ਤੁਸੀਂ ਕੁਝ ਹੋਰ ਕਹਿ ਦਿੰਦੇ ਹੋ, ਕਿਸੇ ਨੂੰ ਤੁਸੀਂ ਚੀਨ ਨਾਲ ਮਿਲਾ ਦਿੰਦੇ ਹੋ। ਪਾਵਰ ਆਫ ਵਰਡ 7 ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਇਸ ਵਕਤ ਮੌਜੂਦ ਹਾਂ ਐਕਸ MLA ਔਰ ਮੌਜੂਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਲੁਧਿਆਣਾ ਰਣਜੀਤ ਸਿੰਘ ਢਿੱਲੋਂ ਜੀ ਨਾਲ। ਮੁੱਦਾ ਜੋ ਸਾਡਾ ਹੈਗਾ ਕਿਸਾਨੀ ਅੰਦੋਲਨ ਨੂੰ ਲੈ ਕੇ ਹੈਗਾ, ਕਿਸਾਨੀ ਜੋ ਅੰਦੋਲਨ ਚੱਲ ਰਿਹਾ ਹੈਗਾ ਉਸ ਉੱਤੇ ਅਸੀਂ ਖਾਸ ਗੱਲਬਾਤ ਕਰਾਂਗੇ। ਰਣਜੀਤ ਸਿੰਘ ਢਿੱਲੋਂ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਾਵਰ ਆਫ ਵਰਡ 7 ਪੰਜਾਬੀ ਤੇ। ਧੰਨਵਾਦ ਜੀ, ਬਹੁਤ ਮਿਹਰਬਾਨੀ, ਥੈਂਕ ਯੂ। ਮੇਰਾ ਸਵਾਲ ਜਿਹੜਾ ਪਹਿਲਾ ਸਵਾਲ ਹੈਗਾ ਹੈ ਕਿ ਤੁਸੀਂ ਇਸ ਅੰਦੋਲਨ ਨੂੰ ਪੂਰਾ ਸਮਰਥਨ ਤਾਂ ਦੇ ਰਹੇ ਹੋ, ਲੇਕਿਨ ਕਿਸਾਨ ਜਿਹੜੇ ਹੈਗੇ ਆ ਉਹ ਰਾਜਨੀਤੀ ਨੂੰ ਅਲੱਗ ਰੱਖ ਕੇ ਚੱਲ ਰਹੇ ਹੈਗੇ, ਲੇਕਿਨ ਸਮਰਥਨ ਫਿਰ ਵੀ ਅਕਾਲੀ ਦਲ ਦੇ ਰਿਹਾ, ਚਾਹੇ ਉਹ SGPC ਦੇ ਮਾਧਿਅਮ ਨਾਲ ਹੋਵੇ, ਚਾਹੇ ਉਹ ਰਾਜਨੀਤਿਕ ਪਾਰਟੀ ਦੇ ਮਾਧਿਅਮ ਨਾਲ ਹੋਵੇ। ਇਸ ਮੁੱਦੇ ਤੇ ਤੁਸੀਂ ਕੀ ਸੋਚਦੇ ਹੋ? ਕਿਸਾਨ ਰਾਜਨੀਤਿਕ ਸਮਰਥਨ ਕਿਉਂ ਨਹੀਂ ਲੈਣਾ ਚਾਹੁੰਦੇ? ਦੇਖੋ, ਚਲੋ ਉਹ ਇਸ ਇਸ਼ੂ ਨੂੰ ਰਾਜਨੀਤਿਕ ਇਸ਼ੂ ਨਹੀਂ ਬਣਾਉਣਾ ਚਾਹੁੰਦੇ ਕੱਲ੍ਹ ਨੂੰ, ਤਾਂ ਜੋ ਕੇਂਦਰ ਗੌਰਮੈਂਟ ਇਹ ਕਹੇ ਵੀ ਇਹਦੇ ਪਿੱਛੇ ਰਾਜਸੀ ਲੋਕ ਨੇ, ਰਾਜਸੀ ਲੋਕ ਇਹਨੂੰ ਉਕਸਾ ਰਹੇ ਨੇ, ਜਿਸ ਤਰ੍ਹਾਂ ਵਾਰ-ਵਾਰ ਕਹਿ ਵੀ ਰਹੇ ਨੇ। ਕਿਉਂਕਿ ਗੌਰਮੈਂਟ ਇੰਡੀਆ ਇਹੀ ਕਹਿ ਰਹੀ ਹੈ ਵਾਰ-ਵਾਰ, ਉਹਦੇ ਨੁਮਾਇੰਦੇ ਸਾਰੇ, ਵੀ ਇਹ ਰਾਜਸੀ ਲੋਕਾਂ ਨੇ ਚੱਕੇ ਹੋਏ ਨੇ ਜੀ, ਇਹ ਆਪਣੇ ਆਪ ਨਹੀਂ ਆਏ। ਪਰ ਇਹ ਗੱਲ ਬਿਲਕੁਲ ਗਲਤ ਆ। ਕਿਸਾਨ ਬਹੁਤ ਜਾਇਜ਼ ਇਸ਼ੂ ਲੈ ਕੇ ਬੈਠੇ ਨੇ। ਬੜੀ ਉਹਨਾਂ ਦੀ ਜਿਹੜੀ ਇਹ ਤਿੰਨੇ ਆਰਡੀਨੈਂਸ ਤੋਂ ਬਾਅਦ ਬਿੱਲ ਬਣ ਗਏ, ਬਿੱਲ ਬਣਨ ਤੋਂ ਬਾਅਦ ਜਿਹੜਾ ਉਹਨਾਂ ਨੂੰ ਇਹ ਠੇਸ ਪਹੁੰਚੀ ਆ, ਜਿਸ ਕਰਕੇ ਪੂਰੇ ਦੇਸ਼ ਦੇ ਕਿਸਾਨ ਹੌਲੀ ਹੌਲੀ ਇਕੱਤਰ ਹੋ ਰਹੇ ਨੇ। ਅਤੇ ਉਹਨਾਂ ਨੇ ਇਹਨੂੰ ਰਾਜਸੀ ਅੰਦੋਲਨ ਬਣਾਉਣ ਤੋਂ ਗੁਰੇਜ਼ ਕਰਨ ਦੀ ਖਾਤਰ ਰਾਜਸੀ ਲੋਕਾਂ ਨੂੰ ਕਿਹਾ ਵੀ ਤੁਸੀਂ ਪਿੱਛੇ ਰਹੋ। ਪਰ ਜਿਹੜੇ ਉਹਨਾਂ ਦੇ ਨਾਲ ਸਮਰਥਕ ਦੇ ਤੌਰ ਤੇ ਗਏ ਹੋਏ ਨੇ, ਜਿਹੜੀਆਂ ਜਥੇਬੰਦੀਆਂ ਨੇ 30 ਜਾਂ 500 ਕੁਛ ਹਿੰਦੁਸਤਾਨ ਦੀਆਂ, ਉਹਨਾਂ ਦੇ ਬੈਕ ਤੇ ਜਿਹੜੇ ਲੋਕ ਬੈਠੇ ਨੇ ਉਹ ਸਾਰੇ ਰਾਜਸੀ ਪਾਰਟੀਆਂ ਦੇ ਹੀ ਨੁਮਾਇੰਦੇ ਨੇ। ਕੋਈ ਉਹਨਾਂ ਕਿਸੇ ਨੂੰ ਵੋਟ ਪਾਉਂਦਾ, ਕੋਈ ਕਿਸੇ ਪਾਰਟੀ ਨੂੰ ਵੋਟ ਪਾਉਂਦਾ, ਸਾਰੇ ਹੀ ਵੱਖ-ਵੱਖ ਰਾਜਸੀ ਪਾਰਟੀਆਂ ਦੇ ਵੋਟਰ ਨੇ। ਇਸ ਕਰਕੇ ਜੇ ਉਹਨਾਂ ਨੇ ਸਾਨੂੰ ਇਹ ਕਿਹਾ ਹੈ ਵੀ ਤੁਸੀਂ ਲੀਡਰ ਲੋਕ ਪਿੱਛੇ ਰਹਿਣ, ਤੇ ਅਸੀਂ ਪਿੱਛੇ ਹਾਂ। ਅਸੀਂ ਪਰ ਆਪਣੀ ਪਾਰਟੀ ਵੱਲੋਂ ਔਰ ਸਾਡੀਆਂ ਸੰਸਥਾਵਾਂ ਵੱਲੋਂ ਪੂਰਨ ਸਮਰਥਨ। ਬਿਲਕੁਲ, ਜੋ ਪੰਜਾਬ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੇ ਵੀ ਇਹ ਬਿਆਨ ਦਿੱਤਾ ਸੀਗਾ ਕਿ ਅਸੀਂ ਜਿਹੜੀ ਮੁੱਖ ਜਿਹੜੀ ਲੀਡਰਸ਼ਿਪ ਹੈਗੀ ਹੈ ਉਹ ਅਸੀਂ ਪਿੱਛੇ ਰਹਿ ਕੇ ਹੀ ਕੰਮ ਕਰਾਂਗੇ, ਲੇਕਿਨ ਸਮਰਥਨ ਅਸੀਂ ਪੂਰਾ ਦੇਵਾਂਗੇ। ਪਰ ਬਾਵਜੂਦ ਇਸ ਦੇ ਜਿਹੜੀਆਂ ਸਟੇਜਾਂ ਲੱਗਦੀਆਂ ਨੇ ਜਾਂ ਜਿੱਥੇ ਕੋਈ ਵੀ ਗੱਲਬਾਤ ਹੁੰਦੀ ਹੈਗੀ ਹੈ ਉੱਥੇ ਅਕਾਲੀ ਦਲ ਨੂੰ ਪਰੇ ਕਿਉਂ ਕੀਤਾ ਜਾਂਦਾ? ਉਹਦੇ ਪਿੱਛੇ ਕੀ ਕੋਈ ਰਾਜਸੀ ਕਾਰਨ ਹੈਗਾ ਜਾਂ ਕੋਈ ਹੋਰ ਤੁਸੀਂ ਇਸ ਚੀਜ਼ 'ਚ ਤਰਕ ਦੇਖਦੇ ਹੋ? ਕਿਉਂਕਿ ਉਹਨਾਂ ਦਾ ਅਕਾਲੀ ਦਲ ਇਕੱਲਾ ਨਹੀਂ ਪਿੱਛੇ ਕੀਤਾ। ਉਹਨਾਂ ਨੇ ਹਰੇਕ ਪਾਰਟੀ ਨੂੰ ਕਿਹਾ ਵੀ ਸਾਤੋਂ ਥੋੜ੍ਹਾ ਜਿਹਾ ਦੂਰ ਰਹੋ, ਦੂਰੀ ਬਣਾ ਕੇ ਰੱਖੋ, ਸਾਡਾ ਸਮਰਥਨ ਜਿਸ ਵੀ ਤਰੀਕੇ ਨਾਲ ਕਰਨਾ ਕਰੋ, ਪਰ ਸਾਡੀ ਸਟੇਜਾਂ 'ਤੇ ਨਾ ਆਓ। ਇਸ ਕਰਕੇ ਇਕੱਲਾ ਅਕਾਲੀ ਦਲ ਦੂਰ ਨਹੀਂ ਹੈ, ਕਾਂਗਰਸ ਵੀ ਦੂਰ ਆ, ਆਪ ਵੀ ਦੂਰ ਆ, ਜਾਂ ਹੋਰ ਜਿਹੜੀ ਕੋਈ ਰਾਜਸੀ ਪਾਰਟੀਆਂ ਸਾਰੀਆਂ ਦੂਰ ਰੱਖੀਆਂ ਗਈਆਂ ਨੇ। ਅਤੇ ਪਰ ਕਿਉਂਕਿ ਅੰਦੋਲਨ ਜਾਇਜ਼ ਆ, ਅਸੀਂ ਉਹਦੇ ਨਾਲ ਪੂਰੀ ਤਰ੍ਹਾਂ ਸਮਰਥਨ ਦੇ ਰਹੇ ਹਾਂ, ਪੂਰਾ ਐਨ
ਡਟ ਕੇ ਸਾਡੇ ਵਰਕਰ, ਸਾਡੇ ਜਿਹੜੇ ਲੀਡਰ ਨੇ, ਸੈਕੰਡ ਕਲਾਸ ਲਾਈਨ ਸਾਡੀ ਸਾਰੀ ਉੱਥੇ ਜਾ ਰਹੀ ਹੈ। ਅਸੀਂ ਵੀ ਜਾ ਕੇ ਆਏ ਹਾਂ। ਮਤਲਬ ਤੁਸੀਂ ਇਹ ਤਰਕ ਮੰਨਣ ਨੂੰ ਤਿਆਰ ਨਹੀਂ ਹੋ, ਕਿਉਂਕਿ ਮੇਰੇ ਸਵਾਲ ਕਰਨ ਦਾ ਮਤਲਬ ਇਹ ਸੀਗਾ ਕਿ ਅਕਾਲੀ ਦਲ ਔਰ ਬੀਜੇਪੀ ਦਾ ਜਦੋਂ ਅਲਾਇੰਸ ਸੀਗਾ, ਜਦੋਂ ਇਹ ਬਿੱਲ ਲਿਆਂਦੇ ਗਏ, ਉਦੋਂ ਤੁਹਾਡੇ ਤੇ ਆਰੋਪ ਲੱਗਦੇ ਰਹੇ ਹੈ, ਤੁਹਾਡੀ ਪਾਰਟੀ ਤੇ ਆਰੋਪ ਲੱਗਦੇ ਰਹੇ ਹੈ ਕਿ ਇਸ ਬਿੱਲ ਦਾ ਜਿਹੜਾ ਸਮਰਥਨ ਹੈ ਤੁਸੀਂ ਵੀ ਕੀਤਾ ਸੀਗਾ ਸੰਸਦ ਦੇ ਵਿੱਚ, ਤੁਸੀਂ ਵੋਟ ਵੀ ਕੀਤੀ ਹੈਗੀ ਹੈ ਇਹਨੂੰ ਲੈ ਕੇ, ਸ਼ਾਇਦ ਇਸ ਕਰਕੇ ਕਿਸਾਨ ਤੁਹਾਡੇ ਤੋਂ ਨਾਰਾਜ਼ ਨੇ। ਨਹੀਂ, ਦੇਖੋ, ਸੰਸਦ ਦੇ ਵਿੱਚ ਅਸੀਂ ਸਮਰਥਨ ਨਹੀਂ ਕੀਤਾ। ਸੰਸਦ ਦੇ ਵਿੱਚ ਅਸੀਂ ਡਟ ਕੇ ਇਹਦਾ ਵਿਰੋਧ ਕੀਤਾ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹਨਾਂ ਨੇ ਜਿੱਥੇ ਇਹਦੇ ਖਿਲਾਫ ਬੋਲੇ ਨੇ ਡਟ ਕੇ, ਉੱਥੇ ਇਹਦੇ ਖਿਲਾਫ ਵੋਟ ਵੀ ਪਾਈ ਆ। ਬੀਬਾ ਜੀ ਨੇ ਰਿਜ਼ਾਈਨ ਵੀ ਕੀਤਾ। ਇਸ ਕਰਕੇ ਅਸੀਂ ਇਹਦਾ ਸਮਰਥਨ ਨਹੀਂ ਕੀਤਾ। ਹਾਂ, ਸਟਾਰਟਿੰਗ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਵੀ ਇਹ ਬਿੱਲ ਨੂੰ, ਜੋ ਕਿਸਾਨਾਂ ਦੇ ਸ਼ੰਕੇ ਨੇ ਉਹ ਦੂਰ ਕਰਾ ਕੇ, ਜੇ ਕਿਤੇ ਇਹਦਾ ਕੋਈ ਫਾਇਦਾ ਹੁੰਦਾ ਹੋਵੇ, ਕਿਸਾਨਾਂ ਨੂੰ ਫਾਇਦਾ ਕਰਾਇਆ ਜਾ ਸਕੇ। ਪਰ ਕਿਉਂਕਿ ਕਿਸਾਨਾਂ ਨੇ ਇਹਨੂੰ ਸਟੱਡੀ ਕੀਤਾ, ਡੀਪਲੀ ਸਟੱਡੀ ਕੀਤਾ, ਵੇਖਿਆ, ਉਹਨਾਂ ਨੇ ਇਹਨੂੰ ਲੱਗਿਆ ਵੀ ਇਹਦੇ ਵਿੱਚ ਸਾਡੇ ਲਈ ਕੋਈ ਵੀ ਐਸੀ ਗੱਲ ਨਹੀਂ ਜਿਹਦੇ ਨਾਲ ਸਾਨੂੰ ਫਾਇਦਾ ਹੁੰਦਾ ਹੋਵੇ, ਅਤੇ ਇਹ ਬਿੱਲ ਰੱਦ ਹੋਣੇ ਚਾਹੀਦੇ ਆ। ਅਤੇ ਜਦੋਂ ਕਿਸਾਨਾਂ ਨੇ ਆਪਣੀ ਗੱਲ ਪੂਰੀ ਤਰ੍ਹਾਂ ਪੇਸ਼ ਕਰ ਦਿੱਤੀ ਵੀ ਅਸੀਂ ਰੱਦ ਚਾਹੁੰਦੇ ਹਾਂ, ਅਤੇ ਅਸੀਂ ਵੀ, ਸਾਡੀ ਪਾਰਟੀ ਨੇ ਵੀ ਉਹਨਾਂ ਦੇ ਸਮਰਥਨ ਦੇ ਵਿੱਚ ਇਹਦੇ ਰੱਦ ਦੇ ਉੱਤੇ ਹੀ ਕੰਮ ਕੀਤਾ। ਔਰ ਉਹਨਾਂ ਨੇ ਕਿਹਾ ਸੀ ਵੀ ਕੋਈ ਜਿਹੜਾ ਵੋਟ ਪਾਊਗਾ ਅਸੀਂ ਉਹਦੇ ਨਾਲ ਨਹੀਂ, ਅਸੀਂ ਵੋਟ ਵੀ ਨਹੀਂ ਪਾਈ। ਉਹਨਾਂ ਨੇ ਕਿਹਾ ਤੁਸੀਂ ਛੱਡ ਦਿਓ, ਅਸੀਂ ਛੱਡ ਵੀ ਦਿੱਤਾ। ਅਸੀਂ ਕਿਸਾਨ ਦੀ ਹਰ ਗੱਲ ਮੰਨੀ, ਕਿਉਂਕਿ ਕਿਸਾਨ ਸਾਡਾ ਹੀ ਨਹੀਂ, ਸਾਰੇ ਦੇਸ਼ ਦਾ ਅੰਨਦਾਤਾ। ਕਿਸਾਨ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਆ। ਗੌਰਮੈਂਟ ਆਫ ਇੰਡੀਆ ਨੂੰ ਚਾਹੀਦਾ ਵੀ ਇਸ ਵੇਲੇ ਇਹ ਬਿੱਲ ਨੂੰ ਤੁਰੰਤ ਵਾਪਸ ਲੈ ਕੇ, ਕਿਸਾਨਾਂ ਦੀ ਰਾਏ ਦੇ ਨਾਲ, ਜੇ ਕੋਈ ਨਵਾਂ ਬਣਾਉਣ ਦੀ ਜ਼ਰੂਰਤ ਹੈ, ਜੇ ਕੋਈ ਜ਼ਰੂਰਤ ਹੈ ਤਾਂ ਕਿਸਾਨਾਂ ਦੀ ਰਾਏ ਦੇ ਨਾਲ ਨਵਾਂ ਬਿੱਲ ਬਣਾਇਆ ਜਾਵੇ। ਇਹ ਜ਼ਬਰਦਸਤੀ ਉਹਨਾਂ 'ਤੇ ਥੋਸਿਆ ਨਾ ਜਾਵੇ। ਸੈਂਟਰ ਗਵਰਨਮੈਂਟ ਦੀ ਤੁਸੀਂ ਗੱਲ ਕੀਤੀ ਹੈਗੀ ਹੈ, ਬੀਜੇਪੀ ਦੀ ਗੱਲ ਕੀਤੀ ਹੈ। ਬੀਜੇਪੀ ਨੇ ਇੱਕ ਬੁੱਕਲੈਟ ਜਾਰੀ ਕੀਤੀ ਹੈਗੀ ਹੈ, ਜਿਹਦੇ ਵਿੱਚ ਉਹਨਾਂ ਨੇ ਉਪਲਬਧੀਆਂ ਗਿਣਾਈਆਂ ਨੇ ਕਿ ਅਸੀਂ ਸਿੱਖਾਂ ਦੇ ਲਈ, ਪੰਜਾਬ ਦੇ ਲਈ ਬਹੁਤ ਕੁਝ ਕੀਤਾ ਹੈਗਾ, ਚਾਹੇ ਉਹ ਲਾਂਘੇ ਨੂੰ ਲੈ ਕੇ ਹੋਵੇ, ਲਾਂਘਾ ਖੁਲਵਾਉਣ ਦਾ ਕੰਮ ਹੋਵੇ, ਜਾਂ ਕਿਸੇ ਹਸਪੀਟਲ ਦਾ ਨਾਮ ਰਵਿਦਾਸ ਜੀ ਦੇ ਸ਼ਾਇਦ ਉਹਨਾਂ ਦੇ ਨਾਮ 'ਤੇ ਰੱਖਿਆ ਹੈਗਾ, ਜਾਂ ਸਿੱਖਾਂ ਦੇ ਲਈ ਜੋ ਕੰਮ ਕੀਤੇ ਗਏ ਨੇ, ਇੱਕ ਤਰ੍ਹਾਂ ਦੇ ਅਹਿਸਾਨ ਜਤਾਉਣ ਦੀ ਤਰ੍ਹਾਂ ਉਹਨਾਂ ਨੇ ਇਹ ਬੁੱਕਲੈਟ ਦੇ ਵਿੱਚ ਦੱਸਿਆ ਹੈਗਾ। ਅਤੇ ਇਸ ਬੁੱਕਲੈਟ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਬੜੀ ਹਸੋਹੀਣੀ ਗੱਲ ਆ ਗੌਰਮੈਂਟ ਆਫ ਇੰਡੀਆ ਦੀ। ਅੱਜ ਭਾਰਤ ਸਰਕਾਰ ਜਾਂ ਭਾਰਤ ਦਾ ਸੰਵਿਧਾਨ ਜਾਂ ਭਾਰਤ ਦੇਸ਼ ਦੀ ਹੋਂਦ ਕਾਹਦੇ ਕਰਕੇ ਆ? ਜੇ ਮੁਗਲਾਂ ਦੇ ਨਾਲ ਜੰਗਾਂ ਲੜੀਆਂ, ਗੁਰੂ ਸਾਹਿਬਾਨ ਨੇ ਲੜੀਆਂ। ਜੇ ਹਿੰਦੂ ਧਰਮ ਨੂੰ ਬਚਾਇਆ, ਸ਼ਹੀਦੀ ਦਿਨ ਚੱਲ ਰਹੇ ਨੇ, ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਚੱਲ ਰਿਹਾ, ਕੱਲ੍ਹ ਨੂੰ ਹੀ ਆ। ਉਹਨਾਂ ਨੇ ਸ਼ਹਾਦਤ ਦੇ ਕੇ ਧਰਮ ਬਚਾਇਆ। ਜੇ ਦੇਸ਼ ਨੂੰ ਆਜ਼ਾਦ ਕਰਾਇਆ ਅੰਗਰੇਜ਼ਾਂ ਤੋਂ, ਤਾਂ 121 ਦੇ ਵਿੱਚ 93 ਫਾਂਸੀਆਂ 'ਤੇ ਚੜ੍ਹੇ, 2600 ਦੇ ਵਿੱਚ 2100 ਉਮਰ ਕੈਦ ਕੱਟੀ। ਜੇ ਦੇਸ਼ ਦੀ ਹੋਂਦ ਅੱਜ ਜਾਂ ਧਰਮ ਦੀ ਹੋਂਦ ਅੱਜ ਇਹ ਮੌਜੂਦ ਆ, ਤਾਂ ਸਿੱਖਾਂ ਸਦਕਾ। ਅਤੇ ਅੱਜ ਜੇ ਸਿੱਖਾਂ ਲਈ ਇਹਨਾਂ ਨੂੰ ਪਾਵਰ ਮਿਲੀ ਤਾਂ ਮਿਲੀ ਕਿਉਂਕਿ ਦੇਸ਼ ਆਜ਼ਾਦ ਹੋਇਆ, ਦੇਸ਼ ਦੇ ਵਿੱਚ ਧਰਮ ਬਚੇ। ਅੱਜ ਹਿੰਦੂ ਧਰਮ ਆ, ਸਿੱਖ ਧਰਮ ਆ, ਜੈਨੀ, ਬੋਧੀ, ਜੋ ਵੀ ਧਰਮ, ਇਹ ਸਿੱਖਾਂ ਦੀਆਂ ਕੁਰਬਾਨੀਆਂ ਸਦਕਾ ਬਚੇ। ਅਤੇ ਅੱਜ ਇਹ ਲੋਕ ਇਹਨਾਂ ਕੁਰਬਾਨੀਆਂ ਸਦਕਾ ਰਾਜ ਦੇ ਵਿੱਚ ਆ ਕੇ ਸੱਤਾ ਸੰਭਾਲ ਕੇ ਅੱਜ ਜੇ ਅਹਿਸਾਨ ਕਰਨ ਦੀ ਕੋਸ਼ਿਸ਼ ਕਰਨ ਵੀ ਅਸੀਂ ਤੁਹਾਡੇ ਲਈ ਆਹ ਕੀਤਾ, ਕੋਈ ਅਹਿਸਾਨ ਨਹੀਂ। ਅੱਜ ਦੀ ਮੌਜੂਦਾ ਸਥਿਤੀ ਹੀ ਸਿੱਖਾਂ ਕਰਕੇ ਆ, ਦੇਸ਼ ਦੀ ਹੋਂਦ ਹੀ ਸਿੱਖਾਂ ਕਰਕੇ ਆ। ਇਸ ਕਰਕੇ ਜੇ ਦੇਸ਼ ਹੈ, ਦੇਸ਼ ਬਚਿਆ, ਦੇਸ਼ ਬਚਣ ਤੋਂ ਬਾਅਦ ਅੱਜ ਤੁਸੀਂ ਸ਼ਕਤੀ ਹਾਸਲ ਕੀਤੀ, ਤੁਸੀਂ ਐਡੀਆਂ ਪੋਸਟਾਂ 'ਤੇ ਬੈਠੇ, ਇਹ ਬੈਠਣ ਦਾ ਇੱਕੋ ਇੱਕ ਕਾਰਨ ਆ ਵੀ ਸਿੱਖਾਂ ਦੀਆਂ ਕੁਰਬਾਨੀਆਂ। ਇੰਨੀਆਂ ਕੁਰਬਾਨੀਆਂ ਕਰਕੇ ਤੁਹਾਨੂੰ ਪ੍ਰਧਾਨ ਮੰਤਰੀ ਬਣਾਤਾ ਅਤੇ ਤੁਸੀਂ ਸਾਡੇ 'ਤੇ ਅਹਿਸਾਨ ਕਰਨ ਦੀ ਕੋਸ਼ਿਸ਼ ਕਰਦੇ ਹੋ। ਸ਼ਰਮ ਆਉਣੀ ਚਾਹੀਦੀ ਹੈ। ਪੰਜਾਬ ਬੀਜੇਪੀ ਦੀ ਅਗਰ ਅਸੀਂ ਗੱਲ ਕਰੀਏ, ਅਲਾਇੰਸ ਸੀਗਾ, ਅਲਾਇੰਸ ਟੁੱਟ ਗਿਆ। ਹੁਣ ਤੁਸੀਂ ਕਿੱਦਾਂ ਦੇਖਦੇ ਹੈਗੇ ਹੋ ਕਿ ਬੀਜੇਪੀ ਅਲਾਇੰਸ ਤੋਂ ਬਿਨਾਂ ਪੰਜਾਬ ਦੇ ਅੰਦਰ ਸਰਵਾਈਵ ਕਰ ਪਾਏਗੀ? ਦੇਖੋ, ਬੀਜੇਪੀ ਦੇਸ਼ ਵਿੱਚ ਹੀ ਸਰਵਾਈਵ ਨਹੀਂ ਕਰ ਸਕਦੀ ਸੀ। ਉਹਨਾਂ ਦੀਆਂ ਲੀਹਾਂ ਜਿਹੜੀਆਂ ਨੇ ਫਿਰਕੂ ਨੇ, ਲੋਕਾਂ 'ਚ ਵੰਡ ਪਾ ਕੇ, ਲੋਕਾਂ ਦੀਆਂ ਨਫ਼ਰਤ ਪੈਦਾ ਕਰਕੇ, ਭਰਾਵਾਂ ਨੂੰ ਭਰਾਵਾਂ ਨਾਲ ਲੜਾ ਕੇ, ਸਦੀਆਂ ਪੁਰਾਣੇ ਰਿਸ਼ਤਿਆਂ ਦੇ ਵਿੱਚ ਦਰੇੜ ਪਾ ਕੇ ਉਹ ਦੇਸ਼ ਵਿੱਚ ਕਾਮਯਾਬ ਹੋਏ ਨੇ ਔਰ ਉਹਨਾਂ ਲੀਹਾਂ 'ਤੇ ਚੱਲ ਰਹੇ ਨੇ। ਅੱਜ ਪੰਜਾਬ ਦੇ ਵਿੱਚ ਵੀ ਕਿਸਾਨ ਅਤੇ ਦਲਿਤ ਦੇ ਵਿੱਚ ਉਹ ਤਰੇੜ ਪਾਉਣਾ ਚਾਹੁੰਦੇ ਨੇ, ਹਿੰਦੂ ਅਤੇ ਸਿੱਖ ਵਿੱਚ ਤਰੇੜ ਪਾਉਣਾ ਚਾਹੁੰਦੇ। ਅੱਜ ਤੱਕ ਦਾ ਇਤਿਹਾਸ ਆ, 70 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ, 75, ਕਦੇ ਪੰਜਾਬ ਵਿੱਚ ਕੋਈ ਫਿਰਕੂ ਦੰਗੇ ਨਹੀਂ ਹੋਏ। ਪੰਜਾਬ ਦੇ ਵਿੱਚ ਇੰਨੀ ਸਦਭਾਵਨਾ, ਇੰਨਾ ਕੜਤਣ ਵਾਲਾ ਮਾਹੌਲ ਵੀ ਰਿਹਾ, ਪਰ ਕਦੇ ਫਿਰਕੂ ਦੰਗੇ ਨਹੀਂ ਹੋਏ। ਸੋ ਪੰਜਾਬ ਗੁਰੂ ਪੀਰ ਪੈਗੰਬਰਾਂ ਦੀ ਧਰਤੀ ਆ। ਦੇਖੋ, ਇਹ ਧਰਤੀ ਦੇ ਉੱਤੇ ਕਦੇ ਵੀ ਕੋਈ ਮਾੜੀ ਮਨਸ਼ਾ ਦੇ ਨਾਲ, ਦੇਖੋ, ਵੋਟ ਲੈਣੀ ਹਰੇਕ ਦਾ ਹੱਕ ਆ, ਇਲੈਕਸ਼ਨ ਲੜਨ, 117 ਸੀਟਾਂ 'ਤੇ ਲੜਨ, ਕੋਈ ਕਿਸੇ ਨੂੰ ਗੱਲ ਨਹੀਂ, ਇਤਰਾਜ਼ ਨਹੀਂ ਗਾ। ਪਰ ਭਾਈਚਾਰਿਆਂ 'ਚ ਫਿਰਕੂ ਭਾਵਨਾ, ਜਿਹੜੀ ਸਦਭਾਵਨਾ ਨੂੰ ਕਾਇਮ ਰਹਿਣ ਦੇਣ, ਉਹਦੇ 'ਚ ਫਰਕ ਨਾ ਪਾਉਣ, ਲੜਾਈ ਲੜਨ। ਹਾਂ, ਜੇ ਇਹ ਆਪਣੇ ਮੁੱਦਿਆਂ 'ਤੇ ਲੜਨ,
ਮੁੱਦਿਆਂ 'ਤੇ ਲੜ ਕੇ ਇਹ ਪੰਜਾਬ ਦੇ ਵਿੱਚ ਇੱਕ ਸੀਟ ਵੀ ਨਹੀਂ ਜਿੱਤ ਸਕਦੇ। ਫਿਰਕੂ ਭਾਵਨਾ, ਫਿਰਕੂ ਸਦਭਾਵਨਾ ਦੇ ਵਿੱਚ ਤਰੇੜ ਪਾ ਕੇ, ਲੋਕਾਂ ਦੇ ਵਿੱਚ ਫਰਕ ਪਾ ਕੇ, ਮਨਾਂ 'ਚ ਫਰਕ ਪਾ ਕੇ, ਜਾਤ ਬਰਾਦਰੀ 'ਚ ਵੰਡ ਕੇ, ਊਚ ਨੀਚ ਵਿੱਚ ਵੰਡ ਕੇ, ਇਹ ਜਿਹੜੀ ਜੇ ਇਸ ਤਰ੍ਹਾਂ ਕਰਕੇ ਵੋਟ ਲੈ ਸਕਦੇ ਆ, ਕੋਈ ਨਾ ਕੋਈ ਜੇ ਲੈਣਗੇ, ਉਹ ਬਹੁਤ ਹੀ ਪੰਜਾਬ ਦੇ ਇਤਿਹਾਸ ਲਈ, ਪੰਜਾਬ ਦੇ ਭਾਈਚਾਰੇ ਲਈ, ਪੰਜਾਬ ਦੇ ਵਾਤਾਵਰਨ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੋਊਗੀ। ਇਸ ਕਰਕੇ ਜੇ ਇਹ ਨਾਰਮਲੀ ਪੰਜਾਬ ਦੇ ਵਿੱਚ ਇਲੈਕਸ਼ਨ ਲੜਨਾ ਚਾਹੁਣ, ਇਹਨਾਂ ਦਾ ਕੋਈ ਵੀ ਆਧਾਰ ਨਹੀਂ, ਕੋਈ ਵੀ ਇਹਨਾਂ ਦਾ ਕੋਈ ਸਰਵਾਈਵ ਕਰਨ ਦਾ ਇੱਥੇ ਕੋਈ ਚਾਂਸ। ਤੁਸੀਂ ਫਿਰਕੂ ਪ੍ਰਸਤੀ ਦੀ ਗੱਲ ਕੀਤੀ ਹੈਗੀ ਹੈ। ਇਹਨਾਂ ਨੂੰ ਇਸ ਮੁੱਦੇ ਦੇ ਉੱਤੇ ਸ਼ਾਇਦ ਬਾਦਲ ਸਾਹਿਬ, ਸੁਖਬੀਰ ਸਿੰਘ ਬਾਦਲ ਜੀ ਦਾ ਵੀ ਇੱਕ ਬਿਆਨ ਆਇਆ ਸੀ ਕਿ ਜਦੋਂ ਵੀ ਇਹਨਾਂ ਤੋਂ ਕੋਈ ਅਲੱਗ ਹੋ ਜਾਂਦਾ, ਬੀਜੇਪੀ ਤੋਂ ਅਲੱਗ ਹੋ ਕੇ ਕੋਈ ਹੋਰ ਵਿਚਾਰਧਾਰਾ 'ਚ ਚੱਲ ਜਾਂਦਾ, ਹੋਰ ਤਰ੍ਹਾਂ ਦੀ ਗੱਲ ਕਰਦਾ, ਇਹਨਾਂ ਤੋਂ ਅਲੱਗ ਵਿਚਾਰਧਾਰਾ ਰੱਖਦਾ, ਤਾਂ ਉਹਨੂੰ ਟੁਕੜੇ ਟੁਕੜੇ ਗੈਂਗ ਕਹਿ ਦਿੱਤਾ ਜਾਂਦਾ। ਇਸ ਤੋਂ ਕਿੱਦਾਂ ਤੁਸੀਂ ਇਸ ਬਿਆਨ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਇਹ ਦੇਸ਼ ਜਿਨ੍ਹਾਂ ਲੋਕਾਂ ਨੇ ਕੁਰਬਾਨੀਆਂ ਦੇ ਕੇ ਆਜ਼ਾਦ ਕਰਾਇਆ, ਉਸ ਵੇਲੇ ਕੋਈ ਕਿਸੇ ਦੇ ਵਿੱਚ ਇਹ ਗੱਲ ਦੀ ਭਾਵਨਾ ਨਹੀਂ ਸੀ ਵੀ ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਸਿੱਖ ਹਾਂ, ਮੈਂ ਈਸਾਈ ਹਾਂ, ਮੈਂ ਜੈਨੀ ਹਾਂ। ਉਦੋਂ ਉਹਨਾਂ ਨੂੰ ਕੋਈ ਭਾਰਤੀ ਤੱਤ ਸੀਗੀ ਵੀ ਸਾਡੇ ਕੋਲ ਇਨਸਾਨੀਅਤ ਸੀ, ਵੀ ਅਸੀਂ ਆਜ਼ਾਦ ਫਿਜ਼ਾ ਦੇ ਵਿੱਚ ਜਿਉਣਾ ਚਾਹੁੰਦੇ ਹਾਂ, ਆਜ਼ਾਦ ਭਾਰਤ ਦੇ ਵਿੱਚ ਆਪਣਾ ਜੀਵਨ ਬਤੀਤ ਕਰਨਾ ਚਾਹੁੰਦੇ ਹਾਂ। ਦੇਸ਼ ਨੂੰ ਆਜ਼ਾਦ ਕਰਾਇਆ, ਇਹ ਜਿਨ੍ਹਾਂ ਲੋਕਾਂ ਨੇ ਆਜ਼ਾਦ ਕਰਾਇਆ, ਅੱਜ ਉਹਨਾਂ ਦੇ ਅਸੀਂ ਤੋਹਮਤਾਂ ਲਾਉਂਦੇ ਹਾਂ। ਜੇ ਕੋਈ ਬੰਦਾ ਸੱਚ ਦੀ ਗੱਲ ਕਰਦਾ, ਅੱਜ ਜਿਨ੍ਹਾਂ ਲੋਕਾਂ ਦੀ ਕੋਈ ਕੁਰਬਾਨੀ ਨਹੀਂ, ਗੁਜਰਾਤੀਆਂ ਦੀ ਕੋਈ ਕੁਰਬਾਨੀ ਨਹੀਂ ਆਜ਼ਾਦੀ ਦੇ ਵਿੱਚ, ਦੱਸ ਦੇਣ ਵੀ ਆਹ ਗੁਜਰਾਤੀ ਨੇ ਕੁਰਬਾਨੀ ਕੀਤੀ, ਜਾਂ ਦੇਸ਼ ਦੀ ਸਰਹੱਦ 'ਤੇ ਕੋਈ ਜੇ ਗੁਜਰਾਤੀ ਬੈਠਾ ਅੱਜ ਵੀ ਦੱਸ ਦਿਓ। ਗੁਜਰਾਤੀਆਂ ਦੀ ਕੋਈ ਇੱਕ ਪੈਸੇ ਦੀ ਵੀ ਦੇਸ਼ ਦੀ ਆਜ਼ਾਦੀ 'ਚ ਕੁਰਬਾਨੀ ਨਹੀਂ, ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਵਿੱਚ ਕੁਰਬਾਨੀ ਨਹੀਂ, ਅਤੇ ਉਹ ਅੱਜ ਹਿੰਦੁਸਤਾਨ ਦੇ ਲੋਕਾਂ ਨੂੰ ਦੇਸ਼ ਭਗਤੀ ਦਾ ਸਬਕ ਸਿਖਾ ਰਹੇ ਨੇ। ਅਤੇ ਜੇ ਕੋਈ ਬੰਦਾ ਗੱਲ ਕਰਦਾ ਦੇਸ਼ ਨੂੰ ਬਚਾਉਣ ਦੀ, ਅਤੇ ਉਹਨੂੰ ਕਹਿੰਦੇ ਇਹ ਪਾਕਿਸਤਾਨੀ ਆ। ਵੀ ਜਦੋਂ ਦੇਸ਼ ਆਜ਼ਾਦੀ ਦੀ ਲੜਾਈ ਲੜਦੇ ਸੀ, ਕਿੱਥੇ ਸੀ ਤੁਸੀਂ ਉਦੋਂ? ਜਦੋਂ ਦੇਸ਼ 'ਚ ਐਮਰਜੈਂਸੀ ਲੱਗੀ ਸੀ, ਤੁਸੀਂ ਕਿੱਥੇ ਸੀ ਉਦੋਂ? ਜਦੋਂ ਦੇਸ਼ ਦੇ ਸਰਹੱਦਾਂ ਦੇ ਉੱਤੇ ਕੁਰਬਾਨੀ ਕਰਨ ਦੀ ਲੋੜ ਪੈਂਦੀ ਹੈ, ਅੱਜ ਵੀ, ਅਤੇ ਕਿੱਥੇ ਹੋ ਤੁਸੀਂ ਉਦੋਂ? ਤੁਹਾਡੀ ਕੀ ਦੇਣ ਆ ਇਸ ਕੰਟਰੀ ਨੂੰ? ਅਤੇ ਜਿਹੜਾ ਬੰਦਾ ਦੇਸ਼ ਦੀ ਗੱਲ ਕਰਦਾ, ਦੇਸ਼ ਦੇ ਅਸੂਲਾਂ ਦੀ ਗੱਲ ਕਰਦਾ, ਜਿਹੜਾ ਦੇਸ਼ ਦੇ ਵਿੱਚ ਆਪਣੇ ਹੱਕ ਦੀ ਗੱਲ ਕਰਦਾ, ਉਹਨੂੰ ਤੁਸੀਂ ਟੁਕੜੇ ਟੁਕੜੇ ਕਹਿ ਦਿੰਦੇ ਹੋ, ਕਿਸੇ ਨੂੰ ਤੁਸੀਂ ਪਾਕਿਸਤਾਨੀ ਕਹਿ ਦਿੰਦੇ ਹੋ, ਕਿਸੇ ਨੂੰ ਤੁਸੀਂ ਕੁਛ ਹੋਰ ਕਹਿ ਦਿੰਦੇ ਹੋ, ਕਿਸੇ ਨੂੰ ਤੁਸੀਂ ਚੀਨ ਨਾਲ ਮਿਲਾ ਦਿੰਦੇ ਹੋ। ਹਾਂਜੀ, ਇਹ ਦੇਸ਼ ਭਗਤ ਲੋਕਾਂ ਨੂੰ ਇਹਨਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਇਹਨਾਂ ਨੇ ਦੇਸ਼ ਦੇ ਵਿੱਚ ਜਿਹੜੀ ਫਿਰਕੂ ਭਾਵਨਾ ਪੈਦਾ ਕੀਤੀ ਆ, ਇਹਨੂੰ ਆਪਾਂ ਕੀ ਕਹਿ ਸਕਦੇ? ਇਹਨੂੰ ਟੁਕੜੇ ਟੁਕੜੇ ਕਹਿ ਲਓ, ਇਹਨੂੰ ਜੋ ਮਰਜ਼ੀ ਨਾਂ ਦੇ ਲਓ। ਹੈ ਦੇਸ਼ ਦੇ ਵਿੱਚ ਨਫ਼ਰਤ ਭਰਿਆ ਮਾਹੌਲ ਹੈ, ਇਹਨਾਂ ਨੇ ਪੈਦਾ ਕੀਤਾ ਹੋਇਆ। 2022 ਦੀ ਗੱਲ ਕਰੀਏ, ਹੁਣ ਇਲੈਕਸ਼ਨ ਦਾ ਜਿਹੜਾ ਸਮਾਂ ਬਹੁਤ ਘੱਟ ਰਿਹਾ ਹੈਗਾ, ਤੁਸੀਂ ਅਕਾਲੀ ਦਲ ਦੀ ਹੋਂਦ ਨੂੰ 22 ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਲੋਕਾਂ ਦੇ ਸਾਹਮਣੇ ਆ। 100 ਸਾਲ ਅਸੀਂ ਮਨਾ ਕੇ ਹਟੇ ਹਾਂ। 100 ਸਾਲ ਦੇ ਵਿੱਚ ਜਦੋਂ ਪੰਜਾਬ ਨੂੰ ਕਿਸੇ ਪ੍ਰਕਾਰ ਦੀ ਵੀ ਲੋੜ ਪਈ, ਜਾਂ ਹਿੰਦੁਸਤਾਨ ਨੂੰ, ਇਸ ਭਾਰਤ ਵਰਸ਼ ਨੂੰ ਲੋੜ ਪਈ, ਤਾਂ ਪੰਜਾਬ ਦੇ ਲੋਕਾਂ ਨੇ, ਖਾਸ ਕਰਕੇ ਸਿੱਖਾਂ ਨੇ, ਵੱਡੀਆਂ ਕੁਰਬਾਨੀਆਂ ਕਰਕੇ ਦੇਸ਼ ਦੀ ਹੋਂਦ ਨੂੰ, ਚਾਹੇ ਉਹ ਸਰਹੱਦਾਂ 'ਤੇ, ਚਾਹੇ ਐਮਰਜੈਂਸੀ ਦੀ ਲੜਾਈ, ਜਾਂ ਕਿਸੇ ਵੀ ਸਮੇਂ ਹੋਇਆ, ਜਾਂ ਅੰਨ ਭਰਨ ਦੀ ਗੱਲ ਹੋਈ, ਪੇਟ ਭਰਨ ਦੀ, ਹਰ ਸਮੇਂ ਪੰਜਾਬ ਦੇ ਲੋਕਾਂ ਨੇ ਮੋਹਰੀ ਹੋ ਕੇ ਇਸ ਦੇਸ਼ ਦੀ ਹਰ ਪਹਿਲੂ 'ਤੇ ਰੱਖਿਆ ਕੀਤੀ ਹੈ। ਸੋ ਜਿਹੜੀ 2022 ਦੀ ਗੱਲ ਕਰੀਏ, ਕਿਉਂਕਿ 2017 ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਤਾ ਸੀ, ਇਹ ਕੈਪਟਨ ਸਾਹਿਬ ਨੇ ਸਹੁੰ ਖਾਧੀਆਂ ਗੁਟਕਾ ਸਾਹਿਬ ਦੀਆਂ, ਅਤੇ ਪੰਜਾਬ ਦੇ ਲੋਕਾਂ ਦਾ ਇੱਕ ਫਿਤਰਤ ਆ ਵੀ ਇਹ ਧਰਮ ਦੇ ਨਾਂ ਦੇ ਉੱਤੇ ਬਹੁਤ ਜਲਦੀ ਵਿਸ਼ਵਾਸ ਕਰ ਜਾਂਦੇ ਆ, ਅਤੇ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਤਲਵੰਡੀ ਸਾਬੋ ਕੀ ਤਖਤ ਸਾਹਿਬ ਵੱਲ ਹੱਥ ਕਰਕੇ ਉਹਨਾਂ ਨੇ ਇਹ ਸਹੁੰ ਖਾਧੀ ਸੀ, ਅਤੇ ਲੋਕ ਵਿਸ਼ਵਾਸ ਕਰ ਗਏ। ਵੈਸੇ ਵੀ ਦੇਖੋ, ਜੇ ਇੱਕ ਵੋਟ ਦੇ ਬਦਲੇ ਕਿਸੇ ਨੂੰ ਨੌਕਰੀ ਮਿਲ ਜਾਵੇ, ਮਾੜੀ ਗੱਲ ਥੋੜ੍ਹਾ, ਜਾਂ ਵੋਟ ਦੇ ਬਦਲੇ ਕਿਸੇ ਦਾ ਲੱਖਾਂ ਰੁਪਏ ਕਰਜ਼ਾ ਮਾਫ ਹੋ ਜਾਵੇ, ਮਾੜੀ ਗੱਲ ਥੋੜ੍ਹਾ, ਜਾਂ ਮੋਬਾਈਲ ਮਿਲ ਜਾਵੇ 50,000 ਦਾ, ਕੋਈ ਮਾੜੀ ਗੱਲ ਨਹੀਂ। ਲੋਕ ਇਸ ਭੁਲੇਖੇ ਵਿੱਚ ਆ ਗਏ ਵੀ ਵੋਟ ਬਦਲੇ ਸਾਨੂੰ ਆਹ ਚੀਜ਼ਾਂ ਮਿਲ ਜਾਣੀਆਂ ਨੇ, ਸਾਡੀ ਪੈਨਸ਼ਨ ਵੱਧ ਜਾਣੀਆਂ, ਸਾਨੂੰ ਸਗਨ ਸਕੀਮ ਵੱਧ ਮਿਲਣ ਲੱਗ ਜਾਣੀਆਂ। ਇਹ ਭੁਲੇਖੇ 'ਚ ਆ ਕੇ ਲੋਕਾਂ ਨੇ ਵੋਟ ਪਾਤੀ, ਕਿਉਂਕਿ ਵੱਡੀ ਗੱਲ ਸੀ, ਪਰ ਹੈ ਝੂਠ ਸੀ, ਹੈ ਸਿਰਫ ਅਤੇ ਸਿਰਫ ਉਹਨਾਂ ਨੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ। ਮਨ ਵਿੱਚ ਕੁਝ ਹੋਰ ਸੀ, ਮੂੰਹ 'ਤੇ ਕੁਝ ਹੋਰ ਸੀ। ਇਸ ਕਰਕੇ ਵਿਸ਼ਵਾਸਘਾਤ ਲੋਕ ਹੁਣ 5 ਸਾਲ ਤੋਂ ਫੇਸ ਕਰ ਰਹੇ ਨੇ। ਇਸ ਕਰਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕਾਰਜਕਾਲ ਦੇ ਦੌਰਾਨ ਪੰਜਾਬ ਦਾ ਵਿਕਾਸ ਕੀਤਾ, ਪੰਜਾਬ ਨੂੰ ਪਾਵਰ ਸਰਪਲਸ ਕੀਤਾ, ਪੰਜਾਬ 'ਚ ਭਾਈਚਾਰਕ ਸਾਂਝ ਮਜ਼ਬੂਤ ਕੀਤੀ, ਪੰਜਾਬ ਨੂੰ ਤਰੱਕੀ ਵੱਲ ਲੈ ਕੇ ਗਏ, ਪੰਜਾਬ ਦਾ ਨਾਂ ਬਹੁਤ ਉੱਚਾ ਕੀਤਾ। ਇਸ ਕਰਕੇ ਪੰਜਾਬ ਦੇ ਲੋਕ ਅੱਜ ਫੈਸਲਾ ਕਰੀ ਬੈਠੇ ਨੇ ਵੀ ਇਹਨਾਂ ਨਾਲੋਂ 100 ਦਰਜੇ ਚੰਗੇ ਅਕਾਲੀ ਦਲ ਵਾਲੇ। ਅੱਜ ਮੁਲਾਜ਼ਮ ਵਰਗ ਨੂੰ ਕੋਈ ਕਿਸੇ ਨੂੰ ਡੀਏ ਨਹੀਂ ਦਿੱਤਾ, ਕਿਸੇ ਦੇ ਕੋਈ ਪੇ ਕਮਿਸ਼ਨ ਨਹੀਂ ਲਾਗੂ ਕੀਤਾ, ਹਰੇਕ ਵਰਗ ਦੁਖੀ ਹੈ ਇਹਨਾਂ ਤੋਂ, ਹਰ ਇੱਕ ਵਰਗ। ਜਿੱਥੇ ਵਿਕਾਸ ਜਦੋਂ ਅਸੀਂ ਸਰਕਾਰ 2007 'ਚ ਬਣਾਈ ਸੀ, ਉੱਥੇ ਸੀ, ਉਸ ਪੋਜੀਸ਼ਨ 'ਤੇ ਇਹਨਾਂ ਨੇ ਲਿਆ ਕੇ ਖੜਾ ਕਰ ਦਿੱਤਾ। ਸੋ ਇਸ ਕਰਕੇ ਪੰਜਾਬ ਦੇ ਲੋਕਾਂ ਦਾ ਤਾਂ ਫੈਸਲਾ ਹੀ ਆ ਵੀ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣੀ ਹੈ, ਅਤੇ ਪੰਜਾਬ ਨੂੰ ਫਿਰ ਦੁਬਾਰਾ ਤਰੱਕੀ ਵੱਲ, ਖੁਸ਼ਹਾਲੀ ਵੱਲ, ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵੱਲ ਲੈ ਕੇ ਜਾਣਾ। ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤਾਂ ਇਹਦਾ ਸਮਾਧਾਨ ਜਿਹੜਾ ਹੈਗਾ
ਉਹ ਸੰਸਦ ਦੇ ਅੰਦਰ ਹੀ ਨਿਕਲਣਾ ਹੈਗਾ। ਔਰ ਸੰਸਦ ਦੇ ਅੰਦਰ ਤੁਹਾਡੀ ਪਾਰਟੀ ਦਾ, ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਪਾਰਟੀ ਦਾ ਕੀ ਸਟੈਂਡ ਰਹੇਗਾ? ਦੇਖੋ, ਸਮਾਧਾਨ ਦੀ ਗੱਲ ਇਹ ਆ ਵੀ ਜਦੋਂ ਬਾਹਰ ਹੁਣ ਫੈਸਲਾ ਹੋ ਜੂ, ਕਮਿਟਮੈਂਟਾਂ ਹੋ ਜਾਣਗੀਆਂ, ਗੱਲਬਾਤ ਬੈਠ ਕੇ ਨਿਬੜ ਜੂ ਕਿਸਾਨਾਂ ਦੇ ਨਾਲ, ਉਹਦੇ ਮੁਤਾਬਕ ਜਦੋਂ ਹਾਊਸ ਦੇ ਵਿੱਚ ਜਾਊਗੀ ਗੱਲ, ਤੇ ਜੋ ਕਿਸਾਨਾਂ ਦੇ ਨਾਲ ਨਿਬੜੀ ਹੋਊਗੀ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਜੋ ਗੱਲ ਹੋਊਗੀ ਉਹ ਸੰਸਦ ਦੇ ਵਿੱਚ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਜਾਂ ਰਾਜ ਸਭਾ ਦੇ ਮੈਂਬਰ ਨੇ ਉਹ ਗੱਲ ਕਰਨਗੇ, ਉਹਦੇ ਹੱਕ ਦੇ ਵਿੱਚ ਜਾਣਗੇ। ਸਰਕਾਰ ਜੇ ਉਹ ਤੋਂ ਥਿੜਕਣ ਦੀ ਕੋਸ਼ਿਸ਼ ਕਰੂਗੀ ਤਾਂ ਉੱਥੇ ਵਿਰੋਧ ਕੀਤਾ ਜਾਊਗਾ। ਅਸੀਂ ਤਾਂ ਕਿਸਾਨਾਂ ਦੇ ਮਸਲੇ ਦੇ ਹੱਲ ਦੇ ਲਈ ਹਰ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਨਾਲ ਆ। ਕਿਸਾਨ ਜੋ ਕਮਿਟਮੈਂਟ ਕਰਨਗੇ, ਗਵਰਨਮੈਂਟ ਜੋ ਇਹਨਾਂ ਨਾਲ ਕਮਿਟਮੈਂਟ ਕਰੂਗੀ, ਜੋ ਫੈਸਲਾ ਹੋਊਗਾ ਉਹਦੇ ਮੁਤਾਬਕ ਹਾਊਸ ਦੇ ਵਿੱਚ ਉਹਦੇ ਹੱਕ ਵਿੱਚ ਭੁਗਤਿਆ ਜਾਊਗਾ ਕਿਸਾਨਾਂ ਦੇ ਹੱਕ 'ਚ। ਤੋ ਇਹ ਸਨ ਰਣਜੀਤ ਸਿੰਘ ਢਿੱਲੋਂ ਜੀ, ਪ੍ਰੈਜ਼ੀਡੈਂਟ ਡਿਸਟ੍ਰਿਕਟ ਲੁਧਿਆਣਾ ਸ਼੍ਰੋਮਣੀ ਅਕਾਲੀ ਦਲ। ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਹੈ ਕਿਸਾਨਾਂ ਦੇ ਹਿੱਤ ਦੀ ਪਾਰਟੀ ਹੈ, ਹਮੇਸ਼ਾ ਕਿਸਾਨਾਂ ਦੇ ਨਾਲ ਹੀ ਖੜੀ ਰਹੀ ਹੈ। ਜ਼ਰੂਰੀ ਨਹੀਂ ਕਿ ਉਹਨਾਂ ਦੀਆਂ ਸਟੇਜਾਂ ਤੇ ਸ਼ੇਅਰ ਕਰਕੇ ਹੀ ਜਾਂ ਉਹਨਾਂ ਦੇ ਨਾਲ ਬੈਠ ਕੇ ਹੀ ਮੁੱਦੇ ਦਾ ਹੱਲ ਕੀਤਾ ਜਾਵੇ। ਸਾਡਾ ਜਿਹੜਾ ਸਮਰਥਨ ਹੈ ਉਹ ਹਮੇਸ਼ਾ ਕਿਸਾਨਾਂ ਨੂੰ ਜਾਰੀ ਰਹੇਗਾ ਔਰ ਸੰਸਦ ਦੇ ਅੰਦਰ ਵੀ ਅਗਰ ਜ਼ਰੂਰਤ ਪਈ ਤਾਂ ਡਟ ਕੇ ਇਹਦਾ ਵਿਰੋਧ ਕੀਤਾ ਜਾਏਗਾ। ਜਦੋਂ ਸਮੱਸਿਆ ਦਾ ਹੈ ਹੱਲ ਫਿਰ ਕਿਉਂ ਹੋ ਪਰੇਸ਼ਾਨ? ਜਿਵੇਂ ਮਨ ਚ ਆਇਆ ਪਿਆਰ, ਪਤੀ ਪਤਨੀ ਚ ਅਣਬਣ, ਕਾਲੇ ਜਾਦੂ ਦਾ ਖਾਤਮਾ, ਵਸ਼ੀਕਰਨ, ਲਾਟਰੀ ਨੰਬਰ ਪਾਓ, ਪਿਆਰ ਵਿੱਚ ਧੋਖਾ ਖਾਦੇ ਹੋਏ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਮਿਲੋ। ਸੰਪਰਕ ਕਰੋ ਵਿਸ਼ਵਨਾਥ ਤਾਂਤਰਿਕ। ਤੁਸੀਂ ਸੰਪਰਕ ਕਰ ਸਕਦੇ ਹੋ 90244 70842।